ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਰੋਜ਼ਾਨਾ ਅਸੀਂ ਇਸ ਸਤ ਸੰਗਤ ਦੇ ਕਿਲੇ ਦੇ ਨਾਲ ਜੁੜਦੇ ਹਾਂ, ਰੋਜ਼ਾਨਾ ਸੰਗਤ ਵਿੱਚ ਬਹਿ ਕੇ ਬਾਪੂ ਜੀ ਦੇ ਗੁਣ ਗਾਉਂਦੇ ਆ, ਗੁਣਾਂ ਨੂੰ ਸੁਣਦੇ ਆ। ਉੱਥੇ ਪਿਆਰਿਓ ਜਿੰਨੇ ਵੀ ਪਰਿਵਾਰਕ ਮੈਂਬਰ ਅਸੀਂ ਬਹਿਨੇ ਆ ਨਾ, ਨਿਤਨੇਮ 'ਚ ਪੱਕੇ ਹੋਵੋ, ਅੰਮ੍ਰਿਤ ਵੇਲੇ ਨਾਲ ਜੁੜੋ, ਬਾਣੀ ਦੇ ਪਹਿਰੇ ਡਟ ਡਟ ਕੇ ਵਧਾਓ ਔਰ ਆਪਣੇ ਅੰਦਰ ਨਿਤਾ ਪ੍ਰਤੀ ਛੋਟੇ ਛੋਟੇ ਸੁਧਾਰ ਕਰਨ ਦਾ ਯਤਨ ਕਰਿਆ ਕਰੋ। ਨਿਤਾ ਪ੍ਰਤੀ ਰੋਜ਼ਾਨਾ ਮਹਾਂਪੁਰਖਾਂ ਦੀ ਜਾਂ ਹੋਰ ਕੋਈ ਚੰਗੇ ਰਾਈਟਰ ਨੇ, ਕੋਈ ਖੋਜ ਵਾਲੀਆਂ ਕਿਤਾਬਾਂ ਨੇ, ਕੋਈ ਨਾ ਕੋਈ ਕਿਤਾਬ ਦਾ ਭਾਵੇਂ ਇੱਕ ਪੇਜ ਪੜ੍ਹੋ, ਪਰ ਪੜ੍ਹੋ ਜ਼ਰੂਰ। ਔਰ ਉਸ ਪੇਜ ਨੂੰ ਪੜ੍ਹਨ ਤੋਂ ਬਾਅਦ ਉਸ ਪੇਜ ਦੀ ਵਿਚਾਰ ਕਰੋ ਔਰ ਉਹਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ। ਨਿੱਕੇ ਨਿੱਕੇ ਹੋਰ ਸੁਧਾਰ ਕਰੀਏ। ਜਿੰਨੇ ਅਸੀਂ ਪਰਿਵਾਰਕ ਮੈਂਬਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਜੁੜਦੇ ਹਨ ਜੀ, ਇਹ ਨਿਤਾ ਪ੍ਰਤੀ ਆਪਣੇ ਅੰਦਰ ਸੁਧਾਰ ਕਰੀਏ। ਪਹਿਲਾ ਸੁਧਾਰ, ਰੋਜ਼ ਕਿਤਾਬ ਦਾ ਇੱਕ ਪੇਜ ਪੜ੍ਹ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰੀਏ। ਭੁੱਲਿਓ ਨਾ, ਮੈਂ ਪਹਿਲੇ ਕਹਿ ਚੁੱਕਿਆ, ਅੰਮ੍ਰਿਤ ਵੇਲਾ, ਨਿਤਨੇਮ, ਬੰਦਗੀ ਦਾ ਪਹਿਰਾ, ਬਾਣੀ ਦਾ ਪਹਿਰਾ ਵਧਾਉਣਾ ਹੀ ਵਧਾਉਣਾ। ਉਸ ਤੋਂ ਇਲਾਵਾ ਵੀ ਇਹ ਨਿੱਕੇ ਨਿੱਕੇ ਸੁਧਾਰ ਕਰੀਏ। ਕੋਈ ਚੰਗਾ ਰਾਈਟਰ ਹੈ, ਚੰਗੀ ਉਹਨੇ ਖੋਜ ਕੀਤੀ ਹੈ, ਉਹ ਖੋਜ ਤੇਰੀ ਜ਼ਿੰਦਗੀ ਵਿੱਚ ਕੰਮ ਆ ਸਕਦੀ ਹੈ। ਉਹ ਖੋਜ ਦੇ ਨਾਲ ਤੇਰੇ ਅੰਦਰ ਤਬਦੀਲੀ ਆ ਸਕਦੀ ਹੈ। ਉਹ ਕਿਤਾਬ ਨੂੰ ਪੜ੍ਹ ਕੇ ਤੇਰਾ ਜੀਵਨ ਸੰਵਰ ਸਕਦਾ ਹੈ। ਤੇ ਉਸ ਕਿਤਾਬ ਦਾ ਰੋਜ਼ ਇੱਕ ਪੇਜ ਪੜ੍ਹ ਦਿਨ ਦੀ ਸ਼ੁਰੂਆਤ ਕਰ। ਰੋਜ਼ਾਨਾ ਕਸਰਤ ਕਰ, ਐਕਸਰਸਾਈਜ਼ ਰੋਜ਼ ਕਰਨੀ ਹੀ ਕਰਨੀ, ਭਾਵੇਂ 10 ਮਿੰਟ ਕਰਨੀ। ਇਹ ਮੇਰੀ ਬੇਨਤੀ ਹੈ। ਇਹ ਰੋਜ਼ਾਨਾ ਆਪਣੇ ਅੰਦਰ ਨਿੱਕੇ ਨਿੱਕੇ ਸੁਧਾਰ ਕਰੀਏ। ਜਿੰਨਾ ਸੁਧਾਰਾਂ ਦਾ ਸਦਕਾ ਸਾਡੇ ਅੰਦਰ ਤਬਦੀਲੀ ਬੜੀ ਵੱਡੀ ਆਏਗੀ। ਸੁਧਾਰ ਨਿੱਕੇ ਨਿੱਕੇ ਨੇ, ਪਰ ਤਬਦੀਲੀ, ਇਹਦੇ ਰਿਜ਼ਲਟ ਬੜੇ ਵੱਡੇ ਆਉਣਗੇ। ਰੋਜ਼ ਕੋਈ ਨਾ ਕੋਈ ਨਵਾਂ ਸਕਿੱਲ ਸਿੱਖੋ, ਰੋਜ਼ ਕੋਈ ਨਾ ਕੋਈ ਨਵਾਂ ਗੁਣ ਸਿੱਖੋ। ਪਰ ਇਹ ਨਹੀਂ ਕੱਲ ਤੋਂ ਮੈਂ ਸਿੱਖਣਾ ਸ਼ੁਰੂ ਕਰਨਾ ਹੈ। ਸ਼ੁਰੂਆਤ ਅੱਜ ਤੋਂ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ ਇੱਕ ਨਾ ਇੱਕ ਗੁਣ ਸਿੱਖਣਾ ਹੈ ਔਰ ਅੱਜ ਤੋਂ ਹੀ ਸਿੱਖਣ ਦੀ ਸ਼ੁਰੂਆਤ ਕਰਨੀ ਹੈ। ਤੇ ਹਰ ਦਿਨ ਆਪਣੇ ਆਪ ਨੂੰ ਬਹੁਤਾ ਨਾ ਸਹੀ 1% ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਮੇਰੇ ਵਿੱਚ ਕੱਲ ਕਮੀ ਸੀ, ਅੱਜ ਉਹ ਕਮੀ ਨੂੰ 1% ਹੀ ਮੈਂ ਸ਼ੁਰੂਆਤ ਹੀ ਕਰਨੀ ਦੂਰ ਕਰਨ ਦੀ। ਕਰੋ ਸਹੀ। ਇਹ ਨਿੱਕੀਆਂ ਨਿੱਕੀਆਂ ਤਬਦੀਲੀਆਂ ਜੀਵਨ ਦੇ ਵਿੱਚ ਸੁਧਾਰ ਬੜੇ ਵੱਡੇ ਲਿਆਉਣਗੀਆਂ। ਔਰ ਇਹ ਮੇਰੀ ਬੇਨਤੀ ਹੈ, ਇਹ ਨਿਤਾ ਪ੍ਰਤੀ ਜਦੋਂ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਆਂਗੇ ਨਾ, ਇਹਨਾਂ ਦੇ ਰਿਜ਼ਲਟ ਬੜੇ ਵਧੀਆ ਨਿਕਲਣਗੇ। ਫਿਰ ਮੈਂ ਦੁਹਰਾ ਰਿਹਾ, ਰੋਜ਼ ਕਿਤਾਬ ਦਾ ਇੱਕ ਪੇਜ ਪੜ੍ਹੋ, ਪੇਜ ਪੜ੍ਹ ਕੇ ਉਸ ਪੇਜ ਦੀ ਵਿਚਾਰ ਕਰੋ, ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰੋ। ਦਿਨ ਦੀ ਸ਼ੁਰੂਆਤ ਕਿਤਾਬ ਦਾ ਇੱਕ ਪੇਜ ਪੜ੍ਹ ਕੇ ਕਰੋ। ਨਿਤਾ ਪ੍ਰਤੀ ਐਕਸਰਸਾਈਜ਼ ਕਰੋ, ਕਸਰਤ ਕਰੋ, ਥੋੜੇ ਮਿੰਟ ਕਰੋ, ਪਰ ਕਰੋ ਜ਼ਰੂਰ। ਇੱਕ ਨਵਾਂ ਸਕਿੱਲ ਸਿੱਖੋ, ਪਰ ਸ਼ੁਰੂਆਤ ਅੱਜ ਤੋਂ ਹੀ ਕਰੋ। ਤੇ ਹਰ ਦਿਨ ਖੁਦ ਦੇ ਵਿੱਚ 1% ਸੁਧਾਰਨ ਦੀ ਕੋਸ਼ਿਸ਼ ਕਰੋ। ਖੁਦ ਨੂੰ 1% ਰੋਜ਼ਾਨਾ ਸੁਧਾਰਨ ਦੀ ਕੋਸ਼ਿਸ਼ ਕਰੋ। ਇਹ ਛੋਟੇ ਛੋਟੇ ਸੁਧਾਰ ਜਿਹੜੇ ਅਸੀਂ ਰੋਜ਼ ਕਰ ਸਕਦੇ ਹਾਂ, ਜਦੋਂ ਇਹ ਨਿਤਾ ਪ੍ਰਤੀ ਛੋਟੇ ਛੋਟੇ ਸੁਧਾਰ ਕਰਾਂਗੇ ਪਿਆਰਿਓ, ਇੱਕ ਦਿਨ ਇਹ ਛੋਟੇ ਛੋਟੇ ਸੁਧਾਰਾਂ ਦਾ ਸਾਡੀ ਲਾਈਫ ਦੇ ਉੱਤੇ ਪ੍ਰਭਾਵ ਬੜਾ ਵੱਡਾ ਪਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਔਰ ਕੋਸ਼ਿਸ਼ ਕਰੋ ਹਰ ਵੇਲੇ ਖੁਸ਼ ਰਹੋ, ਹਰ ਵੇਲੇ। ਤੇ ਜਿਹੜੇ ਹਰ ਵੇਲੇ ਖੁਸ਼ ਰਹਿੰਦੇ ਆ ਨਾ,
ਉਹਨਾਂ ਦੀਆਂ ਕੁਝ ਨਿਸ਼ਾਨੀਆਂ ਨੇ। ਚੈੱਕ ਕਰਿਓ ਜਰਾ ਸਾਡੇ ਅੰਦਰ ਉਹ ਨਿਸ਼ਾਨੀਆਂ ਆਈਆਂ ਕਿ ਨਹੀਂ। ਹਰ ਵੇਲੇ ਜਿਹੜੇ ਖੁਸ਼ ਰਹਿੰਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਬਾਣੀ ਨਾਲ ਅੰਦਰੋਂ ਨਾਤਾ ਜੋੜਦੇ। ਜਿਹੜੇ ਦਿਖਾਵੇ ਮਾਤਰ ਜੁੜੇ ਨੇ ਉਹ ਨਹੀਂ, ਅੰਦਰੋਂ ਜੁੜੇ ਹੋਏ ਨੇ। ਹਰ ਵੇਲੇ ਹੰਸੂ ਹੰਸੂ ਕਰਦੇ ਚਿਹਰੇ ਨੇ ਉਹਨਾਂ ਦੇ। ਤੇ ਉਹਨਾਂ ਦਾ ਇੱਕ ਹੋਰ ਬੜਾ ਵੱਡਾ ਗੁਣ ਹੁੰਦਾ ਹੈ, ਉਹ ਕਦੀ ਵਿਖਾਵਾ ਨਹੀਂ ਕਰਦੇ। ਅਸੀਂ ਤੇ ਸਾਰਾ ਜੀਵਨ ਤਕਰੀਬਨ ਵਿਖਾਵਿਆਂ ਦੇ ਵਿੱਚ ਲੰਘਾ ਦਿੰਦੇ ਆ। ਕਿਤੇ ਆਹ ਕੰਮ ਜੇ ਮੈਂ ਨਾ ਕੀਤਾ ਫਲਾਣਾ ਨਾਰਾਜ਼ ਹੀ ਨਾ ਹੋ ਜਾਏ, ਦਿਖਾਵਾ ਕਰਦੇ ਆ। ਪਰ ਜਿਹੜੇ ਹਮੇਸ਼ਾ ਖੁਸ਼ ਰਹਿਣ ਵਾਲੇ ਉਹ ਦਿਖਾਵੇ ਨਹੀਂ ਕਰਦੇ, ਉਹ ਪਰਵਾਹ ਬਸ ਆਪਣੇ ਮਾਲਕ ਦੀ ਕਰਦੇ ਨੇ। ਹਾਂਜੀ, ਬੋਲਦੇ ਘੱਟ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੋਲਦੇ ਘੱਟ ਨੇ ਤੇ ਰੋਜ਼ ਸਿੱਖਦੇ ਜ਼ਿਆਦਾ ਨੇ। ਕੁਝ ਨਾ ਕੁਝ ਨਵਾਂ ਸਿੱਖੀ ਜਾਂਦੇ ਨੇ, ਸਿੱਖੀ ਜਾਂਦੇ। ਚਾਰ ਬੰਦਿਆਂ 'ਚ ਬੈਠੇ ਉਹ ਬੰਦੇ ਆਪਣੇ ਹਿਸਾਬ ਨਾਲ ਗੱਲ ਕਰ ਰਹੇ ਨੇ, ਪਰ ਜਿਹੜੇ ਖੁਸ਼ ਰਹਿਣ ਵਾਲੇ ਨੇ, ਸਿੱਖਣ ਵਾਲੇ, ਉਹਨਾਂ ਦੀਆਂ ਗੱਲਾਂ ਵਿੱਚੋਂ ਕੁਝ ਨਾ ਕੁਝ ਲਈ ਜਾਂਦੇ ਨੇ, ਲਈ ਜਾਂਦੇ, ਸਿੱਖੀ ਜਾਂਦੇ। ਦੂਜਿਆਂ ਦੀ ਮਦਦ ਕਰਦੇ ਨੇ, ਦੂਜਿਆਂ ਦੀ ਮਦਦ। ਅੰਦਰੋਂ ਇੱਕ ਸੰਤੁਸ਼ਟੀ ਮਿਲਦੀ ਹੈ, ਅਨੋਖੀ ਸੰਤੁਸ਼ਟੀ, ਅਨੋਖੀ ਸ਼ਾਂਤੀ ਮਿਲਦੀ ਉਹਨਾਂ ਨੂੰ ਮਦਦ ਕਰਕੇ। ਔਰ ਹੱਸਦੇ ਜ਼ਿਆਦਾ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਕੋਈ ਇਹੋ ਜਿਹੇ ਬੰਦਿਆਂ ਦੇ ਪ੍ਰਤੀ ਕੋਈ ਉਲਟ ਪੁਲਟ ਬੋਲਦਾ ਵੀ ਹੈ, ਨਿੰਦਿਆ ਵੀ ਕਰਦਾ ਹੈ, ਉਲਟ ਪੁਲਟ ਬੋਲੇ ਹੋਏ ਬੋਲਾਂ ਨੂੰ ਹਰ ਵੇਲੇ ਉਹ ਨਜ਼ਰ ਅੰਦਾਜ਼ ਕਰਦੇ ਨੇ। ਇਹ ਜਿਹੜੇ ਖੁਸ਼ ਰਹਿੰਦੇ ਆ ਨਾ, ਇਹ ਉਹਨਾਂ ਦੇ ਗੁਣ ਨੇ। ਜਰਾ ਝਾਤੀ ਪਾਓ, ਸਾਡੇ ਅੰਦਰ ਇਹ ਗੁਣ ਮੌਜੂਦ ਨੇ ਕਿ ਨਹੀਂ। ਜੇ ਨਹੀਂ ਮੌਜੂਦ, ਸੰਗਤ ਕਰਨ ਦਾ ਲਾਭ ਤੇ ਤਾਂ ਹੀ ਹੈ ਜੇ ਅਸੀਂ ਕੁਝ ਨਾ ਕੁਝ ਸਿੱਖਾਂਗੇ। ਇੱਕ ਕੰਨੋਂ ਸੁਣਿਆ, ਦੂਜੇ ਕੰਨੋਂ ਤੈਂ ਕੱਢ ਦਿੱਤਾ, ਫਿਰ ਤੇ ਗੱਲ ਨਾ ਬਣੀ। ਸੁਣ ਵੀ ਮਨ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਜਦੋਂ ਅਸੀਂ ਮੰਨਣ ਵਾਲੇ ਪਾਸੇ ਤੁਰਾਂਗੇ ਨਾ, ਫਿਰ ਸਾਡੇ ਅੰਦਰ ਸੁਧਾਰ ਆਏਗਾ ਹੀ ਆਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਆਓ ਸਤਸੰਗੀਓ, ਭਾਈ ਗੁਰਦਾਸ ਜੀ ਕਾ ਬੋਲਣਾ ਅੱਜ ਮੈਂ ਉਹ ਪੜ੍ਹਨਾ ਹੈ। ਉਹਦੇ ਵਿੱਚ ਜੋ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ, ਆਓ ਸਾਰੇ ਕੀਰਤਨ ਰੂਪ ਦੇ ਵਿੱਚ ਗਾਇਨ ਕਰੀਏ। ਕੋਈ ਰਸਨਾ ਮੰਝੀ ਨਾ ਰਹੇ, ਸਾਰੇ ਪਿਆਰ 'ਚ ਹਾਜ਼ਰੀ ਲਾਇਓ ਜੀ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗ ਮੇਲਾ, ਸਤ ਸੰਗ ਮੇਲਾ। ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ। ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ। ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ। ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ। ਹਰ ਸੱਚੇ ਤਖਤ ਰਚਾਇਆ, ਸਤ ਸੰਗ
मेला सतसंग मेला। सच्चे तख्त रचाया सतसंग मेला सतसंग मेला। सच्चे तख्त रचाया सतसंग मेला सतसंग मेला। हर 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 सच्चे तख्त रचाया हर सच्चे तख्त रचाया हर सच्चे तख्त रचाया। हर सच्चे तख्त रचाया हर सच्चे तख्त रचाया हर सच्चे तख्त रचाया। हर सच्चे तख्त हर सच्चे तख्त रचाया सतसंग मेला सतसंग मेला। हर सच्चे तख्त रचाया सतसंग मेला सतसंग मेला। सच्चे तख्त रचाया सतसंग मेला सतसंग मेला। हर सच्चे तख्त रचाया सतसंग मेला सतसंग मेला। गुरु रामदास जी सारे अखुन जी धन बाबा। देव शिल्पी। हर सच्चे तख्त रचाया सतसंगत मेला। हर सच्चे तख्त रचाया सतसंगत मेला। नानक निरपौ निरंकार विच सिद्धा खेला। नानक निरपौ निरंकार विच सिद्धा खेला 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 विच सिद्धा खेला। हर सच्चे तख्त रचाया सतसंग मेला सतसंग मेला। हर सच्चे तख्त रचाया सतसंग मेला सतसंग मेला। सच्चे तख्त रचाया सतसंग मेला सतसंग मेला। सच्चे तख्त रचाया सतसंग मेला सतसंग मेला। हर सच्चे तख्त रचाया 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 हर सच्चे तख्त रचाया। हर सच्चे तख्त रचाया सतसंग मेला सतसंग मेला। हर सच्चे तख्त रचाया सतसंग मेला सतसंग मेला। सच्चे तख्त रचाया सतसंग मेला सतसंग मेला। सारे सच्चे तख्त
रचाया सतसंग मेला, सतसंग मेला। गुरु रामदास जी सारे आखन जी धन बाबा फिर आखो धन बाबा। और सिमर मनाई काल का खंडे की वेला। और सिमर मनाई काल का खंडे की वेला। पीवो पाहुल खंड तार होए जन्म सोहेला। पीवो पाहुल खंड तार होए जन्म सोहेला। होए जन्म सोहेला, 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 होए जन्म सोहेला। हर सच्चे तख्त रचाया सतसंग मेला, सतसंग मेला। हर सच्चे तख्त रचाया सतसंग मेला, सतसंग मेला। सच्चे तख्त रचाया सतसंग मेला, सतसंग मेला। हरे सच्चे तख्त रचाया सतसंग मेला, सतसंग मेला। हर सच्चे तख्त रचाया, हर सच्चे तख्त रचाया, हर सच्चे तख्त रचाया। सच्चे तख्त रचाया हर सच्चे तख्त रचाया, हर सच्चे तख्त रचाया। हर सच्चे तख्त रचाया सतसंग मेला, सतसंग मेला। हर सच्चे तख्त रचाया सतसंग मेला, सतसंग मेला। सच्चे तख्त रचाया सतसंग मेला, सतसंग मेला। सच्चे तख्त रचाया सतसंग मेला, सतसंग मेला। खंडे वालिया संगत कीनी खालसा मन मुखी तो हिला। और संगत कीनी खालसा मन मुखी तो हिला। वाह वाह गोबिंद सिंह आपे गुर चेला। आपे गुर चेला, आपे गुर चेला, आपे गुर चेला। आपे गुर चेला, आपे गुर चेला, आपे गुर चेला। हर सच्चे तख्त रचाया सतसंग मेला, सतसंग मेला। हर सच्चे तख्त रचाया सतसंग मेला, सतसंग मेला। सच्चे तख्त रचाया सतसंग मेला, सतसंग मेला। हरे
सच्चे तख्त रचाया, हर सच्चे तख्त रचाया, हर सच्चे तख्त रचाया, हर सच्चे तख्त रचाया, हर सच्चे तख्त रचाया। सतसंग मेला, सतसंग मेला, हर सच्चे तख्त रचाया। सतसंग मेला, सतसंग मेला, हर सच्चे तख्त रचाया, सतसंग मेला, सतसंग मेला, हर सच्चे तख्त रचाया, सतसंग मेला, सतसंग मेला। पीवो पाहुल खंड तार, होए जन्म सोहेला। अमृत पीवो सदा चिर जीवो, अमृत पीवो सदा चिर जीवो, हर सिमरत अनंत अनंता, हर सिमरत अनंत अनंता, हर सिमरत अनंत अनंता, हर सिमरत अनंत अनंता। अमृत पीवो पीवो अमृत पीवो, अमृत पीवो पीवो, अमृत पीवो, जी अमृत पीवो पीवो अमृत पीवो, अमृत पीवो पीवो, अमृत पीवो। अमृत नाम निधान है मिल पीवो पाई, जिस सिमरत सुख पाइए सब तिखा बुझाई, जी अमृत पीवो पीवो अमृत पीवो, अमृत पीवो पीवो, अमृत पीवो, अमृत पीवो अमृत पीवो, अमृत पीवो, अमृत पीवो। अमृत पीवो सदा चिर जीवो, अमृत पीवो सदा चिर जीवो, हर सिमरत अनंत अनंता, रंग तमासा पूर्ण आसा, कबे न व्यापे चिंता, पीवो पाहुल खंड तार, पीवो पाहुल खंड तार, पीवो पाहुल खंड तार, होए जन्म सोहेला। पीवो पाहुल पीवो, अमृत गुर ते पाया, सो अमृत गुर ते पाया, अमृत गुर ते पाया, सो अमृत गुर ते पाया, अमृत गुर ते पाया, सो
ਧਨ ਦਸ਼ਮੇਸ਼ ਪਿਤਾ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ 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 ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਸੱਚੇ ਤਖਤ ਰਚਾਇਆ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਵਾਹਿਗੁਰੂ 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 ਸਾਰੇ ਸਭ ਜੁੜ ਜਾਓ ਸਾਰੇ ਵਾਹਿਗੁਰੂ ਸੱਚੇ ਤਖਤ
ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਗੱਜ ਕੇ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਤੇ ਭਿੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਇਹ ਲਹਿਰ ਨੂੰ ਸਮਰਪਿਤ ਕਰਕੇ ਕੁਝ ਦਿਨਾਂ ਤੋਂ ਦੀਵਾਨ ਚੱਲ ਰਹੇ ਨੇ। ਜਿਹੜੀਆਂ ਸੰਗਤਾਂ ਰੋਜ਼ਾਨਾ ਜੁੜਦੀਆਂ ਨੇ ਉਹਨਾਂ ਨੂੰ ਪਤਾ ਹੈ 27 ਮਈ ਨੂੰ ਜੋ ਰਾਮ ਤੀਰਥ ਰੋਡ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਅੰਮ੍ਰਿਤਸਰ ਸਾਹਿਬ ਉਸ ਜਗ੍ਹਾ ਤੇ ਅੰਮ੍ਰਿਤ ਸੰਚਾਰ ਰੱਖਿਆ ਗਿਆ। ਉਸੇ ਦਿਨ ਚੁਪਹਿਰਾ ਵੀ ਹੈ 27 ਤਰੀਕ ਹੈ 10 ਤੋਂ 4 ਵਜੇ ਤੱਕ ਚੁਪਹਿਰਾ ਹੈ। ਪਤਾ ਹੈ ਸੰਗਤ ਨੂੰ ਕਿਵੇਂ ਬਾਬਾ ਦੀਪ ਸਿੰਘ ਪ੍ਰਤੱਖ ਹੋ ਕੇ ਵਰਤਦੇ ਨੇ, ਕਿਵੇਂ ਇੱਕ ਇੱਕ ਦੇ ਮਾੜੇ ਕਰਮਾਂ ਦੇ ਚਿੱਠੇ ਪਾੜਦੇ ਨੇ। ਤੇ ਉਸ ਦਿਨ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਜਿਵੇਂ ਮੈਂ ਪਹਿਲੇ ਕਿਹਾ ਸੀ ਵਿਸਾਖੀ ਤੇ ਅੰਮ੍ਰਿਤ ਸੰਚਾਰ ਰੱਖਣਾ ਸੀ ਪਰ ਮੇਰੇ ਮਾਈਂਡ ਚੋਂ ਸਕਿਪ ਹੋ ਗਈ ਇਹ ਗੱਲ ਤੇ ਫਿਰ ਹੁਣ 27 ਤਰੀਕ ਨੂੰ ਅੰਮ੍ਰਿਤ ਸੰਚਾਰ ਰੱਖਿਆ। ਤੇ ਮੇਰੀ ਬੇਨਤੀ ਕੋਈ ਵੀ ਨਿਗੋਰਾ ਨਾ ਰਹਿ ਜਾਇਓ ਜੀ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੀ ਛਕਣਾ ਤੇ ਅੰਮ੍ਰਿਤ ਛਕਣ ਤੋਂ ਬਾਅਦ ਪੜ੍ਹਾਈਆਂ ਵੀ ਕਰਨੀਆਂ। ਪੜ੍ਹਾਈਆਂ ਮੈਨੂੰ ਕੁਦਰਤੀ ਬਚਨ ਚੇਤੇ ਆ ਰਿਹਾ ਸਾਰੇ ਬਿਰਤੀ ਲੈ ਜੋ ਰਮਦਾਸ ਦੀ ਧਰਤੀ ਤੇ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਨੇਹਾ ਭੇਜਿਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਮੇਰਾ ਅਖੀਰਲਾ ਸਮਾਂ ਤੇ ਅਖੀਰਲਾ ਸਮਾਂ ਆ ਕੇ ਤੁਸੀਂ ਸੰਭਾਲੋ। ਕਿਉਂਕਿ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਸਭ ਕੁਝ ਪਤਾ ਹੈ ਕੀ ਹੋਇਆ ਕੀ ਹੋ ਰਿਹਾ ਕੀ ਹੋਣ ਵਾਲਾ ਹੈ। ਪਰ ਬਰੂਦ ਦੇ ਢੇਰ ਦੇ ਉੱਤੇ ਬਹਿ ਕੇ ਸਭ ਕੁਝ ਜੜ ਕੇ ਬੈਠੇ ਹੁੰਦੇ ਨੇ। ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਪਤਾ ਸਭ ਕੁਝ ਹੁੰਦਾ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਸਭ ਕੁਝ ਪਤਾ ਹੈ। ਹੁਣ ਬਾਬਾ ਜੀ ਨੂੰ ਪਤਾ ਲੱਗ ਗਿਆ ਅਖੀਰਲਾ ਵੇਲਾ ਨੇੜੇ ਤੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੁਨੇਹਾ ਮਿਲਦਿਆਂ ਹੀ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਦਾ ਅਖੀਰਲਾ ਵੇਲਾ ਸੰਭਾਲਣ ਵਾਸਤੇ ਪਹੁੰਚ ਗਏ। ਇੱਕ ਪਲੰਗ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਨੇ, ਲੇਟੇ ਨੇ। ਇੱਕ ਪਲੰਗ ਬੜਾ ਸੋਹਣਾ ਵਿਛਾਇਆ ਗਿਆ ਪਾਤਸ਼ਾਹ ਸਾਈਂ ਲਈ। ਮੇਰੇ ਹਜ਼ੂਰ 6ਵੇਂ ਪਾਤਸ਼ਾਹ ਉਸ ਪਲੰਗ ਤੇ ਬਿਰਾਜਮਾਨ ਹੋਏ। ਸੰਗਤਾਂ ਬੈਠੀਆਂ ਨੇ ਤੇ ਕੁਝ ਸੰਗਤਾਂ ਨੇ ਕੁਝ ਸਿੱਖਾਂ ਨੇ ਨਾ ਨਿਮਰਤਾ ਪੂਰਵਕ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਤੁਸੀਂ 113 ਸਾਲ ਸਿੱਖੀ ਨੂੰ ਕਮਾਇਆ ਹੈ। ਤਕਰੀਬਨ 125 ਸਾਲ ਦੀ ਤੁਹਾਡੀ ਉਮਰ ਹੈ। ਹੁਣ 12 ਸਾਲ ਤੋਂ 5-6 ਦਿਨ ਘੱਟ ਉਮਰ ਸੀ। ਤਕਰੀਬਨ 12 ਸਾਲ ਦੀ ਉਮਰ ਵਿੱਚ ਤੁਸੀਂ ਗੁਰੂ ਨਾਨਕ ਜੀ ਕੋਲ ਆਏ। 125 ਸਾਲ ਦੀ ਉਮਰ ਵਿੱਚ ਤੁਸੀਂ ਇਹ ਸਰੀਰਕ ਚੋਲਾ ਤਿਆਗਣ ਲੱਗੇ ਹੋ। ਤੁਸੀਂ 113 ਸਾਲ ਗੁਰੂ ਦੀ ਸਿੱਖੀ ਨੂੰ ਕਮਾਇਆ ਹੈ। ਬਾਬਾ ਜੀ ਇਹ 113 ਸਾਲਾਂ ਦੇ ਸਮੇਂ ਵਿੱਚ ਬੜੀਆਂ ਹਨੇਰੀਆਂ ਝੁੱਲੀਆਂ ਹੋਣਗੀਆਂ, ਬੜੇ ਝੱਖੜ ਆਏ ਹੋਣਗੇ, ਪਰ ਤੁਸੀਂ ਤਾਂ ਵੀ ਸਿੱਖੀ ਨੂੰ ਕਾਇਮ ਰੱਖਿਆ। ਆਪਣੇ ਇਸ ਕਮਾਏ ਹੋਏ ਸਿੱਖੀ ਦੇ ਤਜਰਬੇ ਦੇ ਵਿੱਚੋਂ ਅੱਜ ਕੁਝ ਨਾ ਕੁਝ ਤਜਰਬਾ ਸਾਡੀ ਵੀ ਝੋਲੀ ਪਾ ਦਿਓ। ਵੇਖੋ
ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਦੀ ਦਿੱਤੀ ਹੈ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਬਾਬਾ ਬੁੱਢਾ ਸਾਹਿਬ ਤੇ ਬ੍ਰਹਮ ਗਿਆਨੀ ਨੇ, ਉਹ ਤੇ ਬ੍ਰਹਮ ਗਿਆਨੀ ਨੇ, ਪਰ ਇਹ ਸਿੱਖਾਂ ਦਾ ਕਹਿਣ ਦਾ ਇਸ਼ਾਰਾ ਸੀ। ਬਾਬਾ ਜੀ ਜਦੋਂ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਤੁਹਾਡੇ ਮਨ 'ਚ ਕੋਈ ਹਨੇਰੀ ਨਹੀਂ ਝੁੱਲੀ ਕਿ ਗੱਦੀ ਤੇ ਮੈਂ ਵੀ ਬਹਿ ਸਕਦਾ, ਮੇਰਾ ਵੀ ਹੱਕ ਬਣਦਾ? ਪਰ ਤੁਸੀਂ ਹਰ ਮੋੜ ਦੇ ਉੱਤੇ ਆਪਣੇ ਆਪ ਨੂੰ ਨੀਵਾਂ ਰੱਖਿਆ, ਮਨ ਕਰਕੇ ਤੁਸੀਂ ਨੀਵੇਂ ਹੀ ਬਣੇ ਰਹੇ। ਇੰਨੀਆਂ ਹਨੇਰੀਆਂ ਝੁੱਲਣ ਦੇ ਬਾਵਜੂਦ, ਇੰਨਾ ਉਤਰਾਈ ਚੜਾਈ ਦਾ ਸਮਾਂ ਪੰਥ ਵਿੱਚ ਆਉਣ ਦੇ ਬਾਵਜੂਦ ਵੀ ਤੁਸੀਂ ਸਿੱਖੀ ਨੂੰ ਕਮਾਇਆ। ਕੋਈ ਨਾ ਕੋਈ ਤਜਰਬਾ ਤੇ ਦਿਓ ਨਾ। ਵੇਖੋ ਸਾਡੇ ਅੰਦਰ ਵੀ ਕਈ ਵਾਰੀ ਹਨੇਰੀਆਂ ਆ ਜਾਂਦੀਆਂ ਜੇ, ਮੈਂ ਸੱਚ ਕਹਿ ਰਿਹਾ। ਜਰਾ ਜਿੰਨੀ ਗੁਰੂ ਘਰ ਤੋਂ ਦਾਤ ਮਿਲਣ ਤੋਂ ਦੇਰੀ ਹੋ ਜਾਵੇ ਨਾ, ਹਨੇਰੀ ਆ ਜਾਂਦੀ ਅੰਦਰ। ਚੱਲ ਬਈ ਫਲਾਣੇ ਦਾ ਬੂਹਾ ਖੜਕਾ ਲੈਨੇ ਆ, ਉੱਥੇ ਜਾ ਕੇ ਫਿਰ ਫਰਿਆਦ ਕਰਦੇ ਆ ਗਈ ਨਾ ਹਨੇਰੀ। ਕਈ ਵਾਰੀ ਇਹੋ ਜਿਹੇ ਝੱਖੜ ਝੁੱਲਦੇ ਨੇ, ਬੰਦਾ ਇਹੋ ਜੀਆਂ ਥਾਵਾਂ ਤੇ ਵੀ ਚਲਿਆ ਜਾਂਦਾ ਹੈ ਜਿੱਥੇ ਜਾਣ ਦੇ ਨਾਲ ਆਪਣੇ ਮਾਲਕ ਵੱਲੋਂ ਪਿੱਠ ਹੋ ਜਾਂਦੀ ਹੈ। ਹਾਂਜੀ, ਪਰ ਧੰਨ ਬਾਬਾ ਬੁੱਢਾ ਸਾਹਿਬ ਬੜੇ ਉਤਰਾਈਆਂ ਚੜਾਈਆਂ ਦੇ ਸਮੇਂ ਵੇਖੇ, ਪਰ ਆਪਣੇ ਆਪ ਨੂੰ ਕਾਇਮ ਰੱਖਿਆ। ਸਿੱਖ ਕਹਿੰਦੇ ਬਾਬਾ ਜੀ ਤੁਸੀਂ ਆਪਣੇ ਇਹ 113 ਸਾਲਾਂ ਦੇ ਕਮਾਏ ਹੋਏ ਸਿੱਖੀ ਦੇ ਤਜਰਬੇ ਵਿੱਚੋਂ ਕੁਝ ਗੁਣ ਦਿਓ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬੜਾ ਪਿਆਰਾ ਇੱਕ ਬਚਨ ਕੀਤਾ। ਬਾਬਾ ਜੀ ਪਤਾ ਕੀ ਕਹਿੰਦੇ ਸਿੱਖ ਸੇਵਾ ਵੀ ਕਰੇ, ਸਿੱਖ ਨਾਮ ਵੀ ਜਪੇ, ਸਿੱਖ ਸਿਮਰਨ ਵੀ ਕਰੇ, ਜੀ ਸਿੱਖ ਬਾਣੀ ਵੀ ਪੜ੍ਹੇ, ਪਰ ਸਭ ਕੁਝ ਹੁੰਦਿਆਂ ਟੇਕ ਗੁਰੂ ਨਾਨਕ ਜੀ ਦੀ ਰੱਖੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਸਿੱਖ ਦੀ ਟੇਕ ਨਾ ਹਿੱਲੇ, ਟੇਕ ਆਪਣਾ ਵਿਸ਼ਵਾਸ, ਆਪਣਾ ਭਰੋਸਾ, ਆਪਣਾ ਅਕੀਦਾ ਗੁਰੂ ਨਾਨਕ ਦੇ ਉੱਤੇ ਰੱਖੇ। ਸਿੱਖ ਦੀ ਟੇਕ ਨਾ ਕਿਤੇ ਹਿੱਲ ਜਾਵੇ। ਇਹ ਬਾਬਾ ਜੀ ਨੇ ਪਹਿਲਾ ਬਚਨ ਕੀਤਾ ਹੈ। ਸਿੱਖ ਸੇਵਾ ਵੀ ਕਰੇ, ਸਿਮਰਨ ਵੀ ਕਰੇ, ਬਾਣੀ ਵੀ ਪੜ੍ਹੇ, ਨਾਮ ਵੀ ਜਪੇ, ਪਰ ਸਭ ਕੁਝ ਹੁੰਦਿਆਂ ਟੇਕ ਗੁਰੂ ਨਾਨਕ ਜੀ ਦੀ ਰੱਖੇ। ਵੇਖੋ ਜਦੋਂ ਅਸੀਂ ਅੰਮ੍ਰਿਤ ਛਕਦੇ ਆ ਨਾ, ਫਿਰ ਸਾਡੀ ਟੇਕ ਪੱਕੀ ਬਣ ਜਾਂਦੀ ਹੈ, ਟੇਕ ਪੱਕੀ। ਔਰ ਮੈਂ ਸੱਚ ਕਹਿ ਰਿਹਾ, ਜਿਹਦੀ ਟੇਕ ਪੱਕੀ ਹੈ ਨਾ, ਟਿਕਾਅ ਵੀ ਉਸੇ ਦੇ ਅੰਦਰ ਆਉਂਦਾ ਹੈ। ਨਹੀਂ ਤੇ ਬੰਦਾ ਇੱਧਰ ਉੱਧਰ ਰੁਲਦਾ ਹੀ ਰਹਿ ਜਾਂਦਾ, ਰੁਲਦਾ ਸਾਰੀ ਜ਼ਿੰਦਗੀ ਰੁਲਦਾ ਰਹਿ ਜਾਂਦਾ ਹੈ। ਇਹ ਟੇਕ ਪੱਕੀ ਕਰਨ ਦਾ ਵਕਤ ਆ ਗਿਆ ਜੀ। 27 ਤਰੀਕ ਨੂੰ ਟੇਕ ਆਪਣੀ ਪੱਕੀ ਕਰ ਲਓ। ਦਾਤਿਆ ਬਸ ਤੇਰੇ ਬਣਨਾ, ਤੇਰੇ ਸਮਰਪਿਤ ਸ਼ਰਧਾ ਲੈ ਆਓ। ਸਮਰਪਿਤ ਸ਼ਰਧਾ ਇੱਕ ਹੁੰਦੀ ਵਿਖਾਵੇ ਦੀ ਸ਼ਰਧਾ, ਬਸ ਵਿਖਾਵਾ ਅੰਦਰ, ਵਿਖਾਵਾ ਅੰਦਰ ਗੱਲਬਾਤ ਕੋਈ ਨਹੀਂ, ਬਸ ਵਿਖਾਵਾ ਕੀਤਾ ਹੋਇਆ। ਇੱਕ ਹੁੰਦੀ ਪਹਿਰਾਵੇ ਦੀ ਸ਼ਰਧਾ, ਪਹਿਰਾਵਾ ਬਸ ਬਣਾਇਆ, ਅੰਦਰ ਹੈ ਕੱਖ ਨਹੀਂ। ਇੱਕ ਹੁੰਦੀ ਕਥਨੀ ਦੀ ਸ਼ਰਧਾ, ਬੋਲਾਂ ਦੇ ਵਿੱਚ ਸ਼ਰਧਾ ਆ ਗਈ ਪਰ ਅੰਦਰ ਨਹੀਂ। ਇੱਕ ਹੁੰਦੀ ਕਰਨੀ ਦੀ, ਜੋ ਕਿਹਾ ਜਾ ਰਿਹਾ ਉਹ ਕੀਤਾ ਜਾ ਰਿਹਾ ਹੈ। ਤੇ ਇਹ ਤੋਂ ਵੀ ਉੱਪਰ ਆਉਂਦੀ ਸਮਰਪਿਤ ਸ਼ਰਧਾ। समर्पित श्रद्धा की। अब हम चली ठाकुर पे हार, जब हम शरण प्रभु की आई, राख प्रभु भावे। आ गया समर्पित श्रद्धा। तन मन धन सब सौंप गुर को हुक्म मने पाइए, एक है समर्पित श्रद्धा। टेक ना हिलन दिओ, समर्पित श्रद्धा विच आ जाओ। समर्पित श्रद्धा विच बाकियां नाल मैनू कोई मतलब नहीं, पर घट तो घट जिन्ने असीं जुड़दे आ प्यारे, साडे अंदर ते समर्पित श्रद्धा आवे। किंतु परंतु अंदरों निकले जी। गुरु गोबिंद सिंह साहब जी ने अमृत छकण बारे हुक्म कीता, मैं क्यों छकां अमृत? अजे तक तेरे अंदर इहदा मतलब समर्पित श्रद्धा नहीं आई। जे किंतु परंतु है एडी समर्पित श्रद्धा होवे, बापू जी तुसीं कहा ते मैं मनना है। आखो धन गुरु रामदास जी, धन गुरु रामदास जी, धन गुरु रामदास जी, धन गुरु रामदास। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। समर्पित श्रद्धा अपने अंदर लियाओ जी, ये मेरी बेनती है। समर्पित, और जिन्हां दे अंदर समर्पित श्रद्धा आ गई ना, जिन्हां दी टेक पक्की बन गई, मैं सच कह रहा, ਉਹ ਤੇ ਫਿਰ ਬੰਦ ਕਟਵਾਉਣਾ ਮਨਜ਼ੂਰ ਕਰ ਲੈਂਦੇ ਨੇ।
पर सिੱਖੀ तो कदी भी मुनकर नहीं होंदे, सिੱਖੀ नूं कदी भी छड्डदे नहीं। ਉਹ ਤੇ ਰੰਬੀਆਂ ਨਾਲ ਖੋਪੜੀਆਂ ਲਵਾਉਣੀਆਂ ਵੀ ਮਨਜ਼ੂਰ ਕਰਦੇ ਨੇ, ਪਰ ਅਰਦਾਸਾਂ ਇਹੋ ਹੀ ਨਿਕਲਦੀਆਂ ਨੇ, ਇਹੋ ਹੀ ਨਿਕਲਦੀਆਂ ਨੇ। ਪਤਾ ਕੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਮਰਪਿਤ ਸ਼ਰਧਾ ਵਾਲਾ ਹੈ ਨਾ, ਸਮਰਪਿਤ ਸ਼ਰਧਾ ਵਾਲਾ ਕਦੀ ਕਿੰਤੂ ਪਰੰਤੂ ਕਰੇਗਾ ਹੀ ਨਹੀਂ। ਦਾਤਾ ਜੀ ਜੋ ਤੁਸੀਂ ਬਚਨ ਕੀਤੇ ਨੇ, ਬਚਨ ਗੁਰੂ ਜੋ ਪੂਰੇ ਕਯੋ ਮੈਂ ਸ਼ੀਕ ਕੰਠੜੀ ਬੰਦਾ, ਮੈਂ ਤੇ ਤੁਹਾਡੇ ਇੱਕ ਇੱਕ ਬਚਨ ਨੂੰ ਮੰਨਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਮੇਰੀ ਜੀ। ਬੇਨਤੀ ਹੈ, ਇਹ ਮੌਕਾ ਆ ਗਿਆ ਜੇ ਗੁਰੂ ਦੇ ਬਚਨਾਂ ਨੂੰ ਕਮਾਉਣ ਦਾ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਸੰਚਾਰ ਹੈ ਨਾ, ਇੱਕ ਵੀ ਪ੍ਰੇਮੀ ਨਿਗੋਰਾ ਨਾ ਰਹਿ ਜਿਓ, ਕਮਾ ਲਓ ਗੁਰੂ ਦੇ ਬਚਨ। ਔਰ ਜਿਹੜਾ ਵੀ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਨਾ, ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਉਹ ਕਮਾ ਕੇ ਤੇ ਵੇਖ ਬਚਨ, ਜਦੋਂ ਤੂੰ ਗੁਰੂ ਦੇ ਬਚਨਾਂ ਨੂੰ ਕਮਾਏਗਾ ਨਾ, ਤੇਰੇ ਉਸ ਕਮਾਏ ਹੋਏ ਗੁਰੂ ਦੇ ਬਚਨਾਂ ਦੇ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਨ ਲੱਗ ਪਏਗੀ। ਜਦੋਂ ਤੂੰ ਬਚਨ ਕਮਾਉਣ ਵਾਲੇ ਪਾਸੇ ਤੁਰੇਗਾ ਨਾ, ਤੇਰੇ ਇੱਕ ਇੱਕ ਕਾਰਜ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਦਾ ਖਾਤਾ ਖੋਲ ਕੇ ਆਪਣਾ ਪਹਿਰਾ ਲਾ ਦੇਣਗੇ। ਤੂੰ ਬਚਨ ਕਮਾ ਤੇ ਸਹੀ, ਤੂੰ ਤੇ ਕਿੰਤੂ ਪਰੰਤੂ ਕਰਦਾ ਜੀ। ਅੰਮ੍ਰਿਤ ਛਕਣ ਦੀ ਕੀ ਲੋੜ, ਮਨ ਸਾਫ਼ ਹੋਣਾ ਚਾਹੀਦਾ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨ ਮੈਲਾ ਸੀ? ਨਹੀਂ ਭੋਲਿਓ, ਨਹੀਂ, ਇਦਾਂ ਦੇ ਸਵਾਲ ਜਵਾਬ ਨਹੀਂ। ਅਸੀਂ ਤੇ ਜੇ ਗੁਰੂ ਪਿਤਾ ਜੀ ਨੇ ਬਚਨ ਕੀਤਾ, ਉਸ ਬਚਨ ਨੂੰ ਮੰਨਣਾ ਹੈ, ਮੰਨਣਾ। ਬਾਣੀ ਪੜਨ ਵਾਲੇ ਦਾ ਵੀ ਸਤਿਕਾਰ, ਬਾਣੀ ਨੂੰ ਸੁਣਨ ਵਾਲੇ ਦਾ ਵੀ ਸਤਿਕਾਰ, ਬਾਣੀ ਦੀ ਵਿਚਾਰ ਕਰਨ ਵਾਲੇ ਦਾ ਵੀ ਸਤਿਕਾਰ। ਪਰ ਜਿਹੜਾ ਵਿਚਾਰ ਕਰਨ ਤੋਂ ਬਾਅਦ ਕਮਾਵੇ, ਸਤਿਗੁਰੂ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਤੂੰ ਮੰਨ, ਇੱਕ ਬਚਨ ਤੋਂ ਸ਼ੁਰੂਆਤ ਕਰ। ਆਓ ਗੁਰੂ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਜੇ, ਗੁਰੂ ਦੇ ਬਚਨ ਕਮਾਉਣ ਦਾ ਵੇਲਾ ਆ ਗਿਆ ਜੇ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਇੱਕ ਵੀ ਪਰਿਵਾਰਕ ਮੈਂਬਰ ਨਿਗੋਰਾ ਨਾ ਰਹਿ ਜਾਏ, ਮੇਰੀ ਬੇਨਤੀ ਹੈ। ਬੜੀਆਂ ਖੁਸ਼ੀਆਂ ਮਿਲਣੀਆਂ ਜੇ, ਪੁੱਠੇ ਲੇਖ ਸਿੱਧੇ ਹੋ ਜਾਣੇ ਜੀ, ਪੁੱਠੇ ਲੇਖ ਸਿੱਧੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਟੇਕ ਪੱਕੀ ਕਰਨ ਦਾ ਵੇਲਾ ਆ ਗਿਆ ਜੀ, ਪੱਕੀ ਕਰਨ ਦਾ। ਇਹ ਮੇਰੀ ਬੇਨਤੀ ਹੈ। ਹੁਣ ਸਿੱਖ ਕਹਿੰਦੇ ਬਾਬਾ ਜੀ 113 ਸਾਲ ਦੀ ਕਮਾਈ ਹੋਈ ਸਿੱਖੀ ਦੇ ਤਜਰਬੇ ਵਿੱਚੋਂ ਕੁਝ ਤਜਰਬਾ ਦਿਓ ਤਾਂ ਸਹੀ।
ਬਾਬਾ ਜੀ ਕਹਿੰਦੇ ਸਿੱਖ ਸੇਵਾ ਵੀ ਕਰੇ, ਸਿਮਰਨ ਵੀ ਕਰੇ, ਬਾਣੀ ਵੀ ਪੜ੍ਹੇ, ਨਾਮ ਵੀ ਜਪੇ, ਪਰ ਟੇਕ ਗੁਰੂ ਨਾਨਕ ਜੀ ਦੀ ਰੱਖੇ। ਟੇਕ ਸਾਡੀ ਟੇਕ ਹਿਲ ਜਾਂਦੀ ਹੈ, ਸੱਚੀ ਗੱਲ ਹੈ। ਸਾਡੀ ਟੇਕ ਕਦੀ ਜੋਤਸ਼ੀਆਂ ਤੇ ਬਣ ਜਾਂਦੀ ਹੈ, ਸਾਡੀ ਟੇਕ ਕਦੀ ਧਾਗੇ ਤਵੀਤਾਂ ਵਾਲਿਆਂ ਤੇ ਬਣ ਜਾਂਦੀ ਹੈ, ਸਾਡੀ ਟੇਕ ਕਦੀ ਮੜੀਆਂ ਮਸਾਣੀਆਂ ਦੇ ਉੱਤੇ ਬਣ ਜਾਂਦੀ ਹੈ। ਸਾਡੀ ਟੇਕ ਪਿਆਰਿਓ ਕਈ ਵਾਰੀ ਇਹੋ ਜੀ ਥਾਂ ਤੇ ਬਣ ਜਾਂਦੀ ਏ ਜਿਸ ਜਗ੍ਹਾ ਤੇ ਜਾ ਕੇ ਗੁਰੂ ਵੱਲੋਂ ਪਿੱਠ ਹੁੰਦੀ, ਇੱਥੇ ਵੀ ਧੱਕੇ ਪੈਂਦੇ ਤੇ ਉੱਥੇ ਵੀ ਧੱਕੇ ਹੀ ਪੈਂਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣੀ ਟੇਕ ਪੱਕੀ ਕਰੀਏ, ਜੋ ਮਰਜ਼ੀ ਹੋ ਜਾਏ। ਕੋਈ ਸੋਨੇ ਦਾ ਵੀ ਬਣ ਕੇ ਆ ਜਾਏ, ਉਹਨੂੰ ਦੂਰੋਂ ਮੱਥਾ ਟੇਕੀਏ, ਬਈ ਚੰਗਾ ਹੋਏਗਾ, ਆਪਣੇ ਘਰ ਰਾਜੀ ਰਹੋ। ਪਰ ਮੇਰੇ ਲਈ ਮੇਰਾ ਗੁਰੂ ਵੱਡਾ ਹੈ, ਮੇਰੇ ਲਈ ਬਸ ਮੇਰਾ ਮਾਲਕ ਵੱਡਾ, ਦੂਜਾ ਵੱਡਾ ਕੋਈ ਨਹੀਂ। ਇਹ ਟੇਕ ਪੱਕੀ ਕਰੀਏ। ਇਹ ਪਹਿਲਾ ਬਚਨ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ, ਜ਼ਿੰਦਗੀ ਦੇ ਵਿੱਚ ਬੜਾ ਕੰਮ ਆਏਗਾ। ਟੇਕ ਪੱਕੀ, ਸਿੱਖ ਸੇਵਾ ਵੀ ਕਰੇ, ਸਿਮਰਨ ਵੀ ਕਰੇ, ਨਾਮ ਵੀ ਜਪੇ, ਬੰਦਗੀ ਵੀ ਕਰੇ, ਬਾਣੀ ਵੀ ਪੜ੍ਹੇ, ਪਰ ਸਭ ਕੁਝ ਹੁੰਦੇ ਆ ਟੇਕ ਗੁਰੂ ਨਾਨਕ ਜੀ ਦੀ ਰੱਖੇ। ਹੁਣ ਅਗਲਾ ਬਚਨ ਕੀ ਕੀਤਾ, ਕੱਲ ਦੇ ਦੀਵਾਨ ਵਿੱਚ ਮੈਂ ਸਾਂਝਾ ਕਰਾਂਗਾ। ਸਤਿਗੁਰੂ ਸੇਵਾ ਲੈਣ 27 ਤਰੀਕ ਨੂੰ ਵਖੀਰਾਂ ਕੱਤ ਕੇ ਪਰਿਵਾਰਾਂ ਸਮੇਤ ਅੰਮ੍ਰਿਤ ਛਕਣ ਵਾਸਤੇ ਸਵੇਰੇ 8:30 ਪਹੁੰਚ ਜਿਓ। ਕੇਸੀ ਇਸ਼ਨਾਨ ਕਰਕੇ, ਕਕਾਰ ਪਾ ਕੇ, ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਇੱਥੇ ਬਿਲਕੁਲ ਫ੍ਰੀ ਕਕਾਰ ਦਿੱਤੇ ਵੀ ਜਾਣਗੇ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਜਿਹੜਾ ਪ੍ਰੇਮੀ 5-5 10-10 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਵੀ ਲਿਆਏਗਾ, ਉਹਦਾ ਵੀ ਵਿਸ਼ੇਸ਼ ਸਨਮਾਨ ਕਰਾਂਗੇ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਖੁਸ਼ ਹੁੰਦੇ ਸੀ ਜਦੋਂ ਕੋਈ ਲਿਆਉਂਦਾ ਸੀ ਨਾ, ਮਹਾਰਾਜ ਇਹ ਮੈਂ 5 ਤਿਆਰ ਕੀਤੇ ਨੇ ਅੰਮ੍ਰਿਤ ਛਕਣ ਵਾਸਤੇ, ਮਹਾਰਾਜ ਬੜੀਆਂ ਖੁਸ਼ੀਆਂ ਦਿੰਦੇ ਸੀ। ਤੇ ਇਹ ਮੇਰੀ ਬੇਨਤੀ ਹੈ, 5-5 10-10 ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਨੇ ਜੋ 27 ਤਰੀਕ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। 10 ਵਜੇ ਅੰਮ੍ਰਿਤ ਦਾ ਬੱਟਾ ਤਿਆਰ ਹੋਣਾ, 8 8:30 ਪਹੁੰਚ ਜਿਓ। ਕੇਸੀ ਇਸ਼ਨਾਨ ਕਰਕੇ, ਕਕਾਰ ਪਾ ਕੇ, ਫਿਰ ਲੰਗਰ ਪਾਣੀ ਛਕ ਕੇ, ਫਿਰ ਅੰਮ੍ਰਿਤ ਸੰਚਾਰ 10 ਵਜੇ ਹੋਣਾ। ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ, ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਨਾਲ। ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ।
ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ। ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ। ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਇਆ ਇੱਕ ਗੱਜ ਦੀ ਸੇਵਾ ਰੱਖੀ ਹੈ। 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ।
ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਏ, ਰਾਤ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋਏਗਾ, ਰਾਤੀ 8 ਤੋਂ 10 ਵਜੇ ਤੱਕ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ, ਇਹ ਉਹ ਅਸਥਾਨ ਹੈ ਜਿੱਥੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ, 6ਵੇਂ ਪਾਤਸ਼ਾਹ, ਚਾਰਾ ਪੀਰ ਸਤਿਗੁਰੂ ਦਾ ਪਹਿਰਾ ਵਰਤਦਾ ਹੈ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਮੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਇਹ ਅਸਥਾਨ ਤੇ ਜਦੋਂ ਤੁਸੀਂ ਆ ਕੇ ਸਿਰ ਝੁਕਾਉਂਦੇ ਹੋ, ਆਪਣੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਉਂਦੇ ਹੋ ਨਾ, ਤੇ ਇੱਕ ਇੱਕ ਦੀ ਫਰਿਆਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਸੁਣਦੇ ਨਹੀਂ, ਪੂਰਾ ਕਰਦੇ ਨੇ, ਸੁਣਦੇ ਨਹੀਂ, ਮੰਨ ਲੈਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਹੋਰ ਦੂਰ ਦੁਰੇਡੇ ਦੀਆਂ ਸੰਗਤਾਂ, ਜੋ ਤੁਸੀਂ ਪਰਿਵਾਰਕ ਮੈਂਬਰ ਬਣੇ ਹੋਏ ਹੋ, ਇਹ ਮਹੀਨਾਵਾਰੀ ਸਮਾਗਮ ਜੋ ਸ਼ੁਕਰਾਨਾ ਸਮਾਗਮ ਅਸੀਂ ਰੱਖਦੇ ਹਾਂ ਕੌਲਸਰ ਸਾਹਿਬ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਤੇ ਵੀ, ਔਰ ਸਾਡੇ Facebook ਪੇਜ ਤੇ ਲਾਈਵ ਚੱਲੇਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।